इंचार्ज कौन है? अमन इधर अमन इंचार्ज? हाँ जी मैम, मैं SHO ही है ते नहीं रहा मन लग चल नहीं रहा मनवीर सर ने DSP हेडक्वार्टर सामने इंचार्ज रखा है। अच्छा, तो मेरे साथ इंचार्ज? हाँ जी मेरे को हाँ जी मैम। कितने पहला मैम भूपिंदर सूद गार्डन से और ट्रांसफर करा के ऊपर चले गए ट्रांसफर आप नहीं उन्होंने? चलो एनीवे वो कितने बड़े DSP है कितने? मैम वो उत्तर बैठ गए। अच्छा इतने भी देखते हैं। ਇੱਥੇ ਕੌਣ ਹੈਗਾ ਵੈਸੇ SHO मैं ਅੱਛਾ ਇੰਚਾਰਜ ਤੁਸੀਂ ਹੋ ਤੁਹਾਡੀ ਟਾਈਮਿੰਗ ਕੀ ਹੈ? 9 to 6 9 to 6 ਬਾਹਰ ਇੰਨੀ ਪਬਲਿਕ ਬੈਠੀ ਹੋਈ मैम मैंने फिर बारी बारी अंदर लेके आने हैं कंप्लेंट्स। ਕਿੰਨੀ ਆਈ ਹੋਈ ਕਿੰਨੇ मेरे को मैम एक लेडी है सही है, दो मेरे को कॉल कर ਇੱਕ ਲੇਡੀ ਦੋ ਹੌਲਦਾਰ ਉਹਦੇ ਨਾਲ ਸਾਜਨ ਦਾ ਇੰਨੀ ਜ਼ਿਆਦਾ ਕੰਪਲੇਂਟਸ ਨੇ ਸਾਡੇ ਕੋਲ ਸਿਰਫ ਮੁਹੱਲੀ ਦੀ ਆਈ ਮੇਰੇ ਮਦਰ ਲੋਕ ਲੱਗੇ ਹੋਏ ਕਿ ਤੁਸੀਂ ਮੈਮ ਮੁਹੱਲੀ ਬੈਠੇ ਹੋ ਤੁਹਾਡਾ ਆਫਿਸ ਹੈ ਤੁਸੀਂ ਕਦੀ ਜਾ ਕੇ ਤਾਂ ਦੇਖੋ ਉੱਥੇ ਕੀ ਹੋ ਰਿਹਾ ਇੰਨਾ ਜ਼ਿਆਦਾ ਲੋਕੀ ਕਹਿੰਦੇ ਸਾਡੀ ਸੁਣਵਾਈ ਨਹੀਂ ਹੈਗੀ ਇੱਥੇ ਵਾਟਸ ਦਾ ਰੀਜ਼ਨ ਤੁਸੀਂ ਮੈਂ ਦੱਸੋ ਤੁਹਾਡੀ ਕਦੋਂ ਇੱਥੇ ਪੋਸਟਿੰਗ ਕਦੋਂ ਦੀ ਹੈ? 3 महीने हो गया। 3 ਮਹੀਨੇ ਹੋ ਗਏ 3 ਮਹੀਨੇ ਚ ਕਿੰਨੀਆਂ ਕੰਪਲੇਂਟਸ ਨੇ ਤੁਹਾਡੇ ਕੋਲ? तो मैम मेरे को इस टाइम इंचार्ज काउंसिल मैम पीछे बैठते हैं तो ਚਲੋ ਉਹਨਾਂ ਨੂੰ ਮਿਲ ਕੇ ਤੁਸੀਂ ਕੰਪਲੇਨਟ ਹੋ ਇੱਥੇ नहीं नहीं मैम मेरे को मैं ऐसे काम ਅੱਛਾ ਆਓ ਦੱਸੋ ਉਹਨਾਂ ਕੈਬਿਨ ਕਿੰਦਾ मैम ये आईओ का रूम ਕਿੰਨੇ ਆਇਓ ਨੇ ਟੋਟਲ? मैम ESI नरेंद्र अपने गए हुए हैं बेल अटेंड करन ते ਅਸੀਂ ਬਾਕੀ ਬੈਠਦੇ ਹਾਂ ਤੇ ਉਹ ਵੀ ਗਏ ਹੋਏ बेल अटेंड करन ਇੱਥੇ ਆਪਣੇ ਕੋਲ ਤੁਹਾਡੇ ਕੋਲ ਹੈਗੇ ਟੋਟਲ ਕਿੰਨੇ ਆਇਓ ਨੇ? मैम 12 ਦਾ ਸਟਾਫ ਹੈ, 3 ਇੰਚਾਰਜ ਕਾਉਂਸਲਿੰਗ ਮੈਡਮ ਕੋਲ ਹੈ, ਇੱਕ ESI ਉਹਨਾਂ ਕੋਲ ਹੈ, ਇੱਕ ਕਾਂਸਟੇਬਲ 12 ਆਇਓ ਨੇ ਟੋਟਲ ਹੁਣ ਇਸ ਟਾਈਮ ਕਿੰਨੇ ਗਏ ਹੋਏ? ਮੈਮ ਆਪਣੇ ਕੋਲ ਹੌਲਦਾਰ ਇੱਕ ਆਹ ਗਏ ਹੋਏ ਆ, ਇੱਕ ਨਰਿੰਦਰ ਮੈਡਮ ਬਾਕੀ ਪੇਸ਼ ਕਰੋ ਚੱਲਦਾ ਕਿ ਤੁਸੀਂ ਇਕੱਠੇ ਨਹੀਂ ਸੁਣਦੇ ਇਕੱਠੇ ਸੁਣੋ ਪਤਾ ਕਿਵੇਂ ਚੱਲੇਗਾ ਇੱਕ ਦੂਜੇ ਦੇ ਜਿਹੜੇ ਦੋ ਇੱਕ ਕਰਕੇ ਪਹਿਲਾਂ ਇਹਨਾਂ ਦੀ ਸੁਣਨਾ ਫਿਰ ਇਕੱਠੇ ਬਿਠਾਵਾਂਗੇ ਇਕੱਠੇ ਬਿਠਾਵਾਂਗੇ। ਜੋ ਦੇਖ ਸਕਦੇ ਪਰੇਸ਼ਾਨੀ ਹੋਈ ਹੈ ਮੈਂ ਸਰਪੰਚ ਸਾਹਿਬ ਹਾਂ ਇਹਨਾਂ ਦੇ ਨਾਲ ਆਇਓ ਹਾਂ ਜੀ ਪਹਿਲਾਂ ਲੜਕੀ ਨੂੰ ਸੁਣਦੇ ਫਿਰ ਫਿਰ ਲੜਕੇ ਸੁਣਦੇ ਫਿਰ ਦੋਈ ਕੇ ਜਾ ਕੇ ਬੈਠ ਕੇ ਫਿਰ ਕਿੰਨਾ ਸੁਣ ਲੈਂਦੇ ਹੋ? सर मैं तीन सौ ਇੱਕ ਦਿਨ ਦੇ ਬਸ ਤਿੰਨ ਕੰਪਲੀਟ सर तीन मतलब काफी टाइम लग रहा है सर इस पार्टी में आपको मैं सर ਪਹਿਲਾਂ ਮਹੀਨੇ ਦੇ ਬੰਦੇ ਇਕੱਠੇ ਇਕੱਠੇ ਬੁਲਾ ਬੁਲਾ ਲਓ ਲਾਂਗੇ ਸੀ ਹੋਏ ਜੇ ਤੁਸੀਂ ਇਕੱਠੇ ਬੁਲਾ ਲਓ ਤੇ ਤੁਹਾਡਾ ਟਾਈਮ ਹੀ ਬਚੇ ਇਕੱਠੇ ਬੁਲਾ ਲਓ ਪਹਿਲੇ ਅੱਧਾ ਪੌਣਾ ਘੰਟਾ ਇਹਨੇ ਆਪਣਾ ਤੁਹਾਨੂੰ ਪ੍ਰੋਬਲਮ ਦੱਸਣ ਚਲਾਤੀ ਅੱਧਾ ਪੌਣਾ ਘੰਟਾ ਉਹਨੇ ਕਹਿਤਾ ਜੀ ਇੰਜੀਨੀਅਰ 1 ਘੰਟਾ ਵੇਸਟ ਹੋ ਗਿਆ ਤੁਸੀਂ ਇੱਕ ਵਾਰੀ ਦੋਵਾਂ ਨੂੰ ਹੀ ਸੁਣੋ ਯੂ ਆਰ ਦਾ ਅਥਾਰਟੀ ਤੁਸੀਂ ਇਹ ਡਿਸਾਈਡ ਕਰਨਾ ਕਿ ਤੁਹਾਨੂੰ ਕਿੰਨਾ ਕੁ ਬੋਲਣ ਦੇਣਾ ਕਿੰਨਾ ਕੁ ਤੁਹਾਨੂੰ ਨਜ਼ਰ ਆ ਰਿਹਾ ਕਿ ਸੱਚਾਈ ਹੈ ਇਕੱਠੇ ਸੁਣਿਆ ਕਰੋ ਇੱਕ ਵਾਰੀ ਕਰਕੇ ਦੇਖੋ ਇੱਕ ਵਾਰੀ ਮੈਡਮ ਤੁਸੀਂ ਆਪਣੇ ਆਈਓ ਪੇਸ਼ ਕਰੋ ਸਾਰੇ ਜਿੰਨੇ ਦੇ ਦੋ ਤਿੰਨ ਦੇ ਹੋਏ ਬਾਕੀ ਪੇਸ਼ ਕਰੋ ਤੁਹਾਡੀ ਬੱਤੀ ਦਾ ਕੀ ਸਿਸਟਮ ਹੈ? क्लास में उससे बढ़ती नहीं सरकार ने कोई फिक्स की मंडे से फ्राइडे सिर्फ 2 दिन अच्छा पता कि मैम बढ़ती था कि ये क्योंकि मैम मंडे फ्राइडे कंपल्सरी है, पहला वुमन सेल्फ एसएसपी ऑफिस की होना चाहिए ਤੇ ਰੈਸਟ ਆਫ ਦ ਡੇਜ਼ पर ਤੁਹਾਨੂੰ रोज खानी चाहिए मेरे हिसाब ਨਾਲ क्योंकि ਤੁਸੀਂ एसएचओ ਦੀ ਡਿਊਟੀ ਕਰਦੇ ਹੋ ਕੰਪਲੇਨਟ ਨੂੰ ਸੁਣਦੇ ਹੋ ਤੇ ਇੱਕ ਆਪਣਾ ਹੀ ਪੁਲਿਸ ਦਾ ਇੱਕ ਇਨਫੋਰਮੇਸ਼ਨ ਕਰਦਾ ਆਪਾਂ ਲੋਕਾਂ ਨੂੰ ਸੁਣਿਆ ਹਾਂਜੀ ਬੇਟਾ ਤੁਸੀਂ ਆਪਣੇ ਆਇਓ ਨੂੰ ਸਮਝਾਓ ਬਾਕੀ ਜਿਹੜੇ ਲੋਕ ਨੇ ਫਿਕਸ ਆਇਓ ਕਿੰਨੀ ਹੈ ਨਾ ਤੁਸੀਂ ਕਹਿੰਦੇ ਦੁਬਾਰਾ बाकी लेडी कांस्टेबल है, 6 लेडी कांस्टेबल है, इसी लेडी कांस्टेबल ने एक MHC है, एक CCTV ऑपरेटर है। मैम हाँ मैम एक है दो मुंडे प्रेजेंट है, एक तो वो ESC गए थे उन्होंने बुला ਉਹਨਾਂ ਦੀ ਕੀ ਡਿਊਟੀ ਰਹਿੰਦੀ ਹੈ ਜੋ ਕਿੰਨੇ ਦਿਨ ਵਿੱਚ ਬਾਕੀ मैम ਸਾਡੇ ਕੋਲ ਜਿਹੜਾ SHO ਉਹਦੇ ਕੋਲ ਤਫਤੀਸ਼ ਹੈ, ਜਿਵੇਂ ਜਿੰਨੇ ਵੀ ਕੋਈ 498 ਦਾ ਮੁਕੱਦਮਾ ਦਰਜ ਹੁੰਦਾ ਹੈ ਉਹਦੀ ਜਿਹੜੀ ਤਫਤੀਸ਼ ਹੈ ਮੇਰੇ ਆਈ ਕਰਦੀ ਹੈ ਰੈਸਟ ਜਿਵੇਂ SSP ਸਾਹਿਬ ਇੰਚਾਰਜ ਕਾਉਂਸਲਿੰਗ ਮੈਡਮ ਨੂੰ ਜ਼ਿਆਦਾ ਕੰਪਲੇਂਟਾਂ ਮਾਫ ਕਰਦੇ ਹੈ ਕਿਉਂਕਿ ਉਹਨਾਂ ਕੋਲ ਤਫਤੀਸ਼ ਨਹੀਂ ਹੁੰਦੀ ਅਸੀਂ ਤਫਤੀਸ਼ ਦੇ ਨਾਲ ਸਾਨੂੰ ਵਿੱਚ ਦਰਖਾਸਤਾਂ ਮਾਰ ਕੀਤੀਆਂ ਜਾਂਦੀਆਂ ਅਸੀਂ ਨਹੀਂ ਬਟ ਪਹਿਲੇ ਕਿਵੇਂ ਡਿਊਟੀ मैं SHO करवा रही हूँ मैंने विजिलेंस का काम देखा मैम मैं इंचार्ज क्राइम अगेंस्ट वुमेन एंड चिल्ड्रन फतेहगढ़ साहब माणो भी रही हैं तो फतेहगढ़ साहब भी रही बहुत कंप्लेंट है मैं तो थक गई हूँ मोहल्ले दी लोग जब वुमेन सेल च नहीं जाना मैडम तुसी करो हर कंप्लेंट मोहाली आके कोई खुश ही नहीं इवन कि SSP सतिंदर जी बहुत ही एक अच्छे उमदा ऑफिसर ने इज वेरी एनर्जेटिक और सीनियर अफसर दी भी उत्थे जिथे वुमेन्स दा रिलेटेड कंसर्न आंदा है सीनियर अफसर दी भी एक बार रेपुटेशन खराब हो जाती है
हाँ आ रही कंप्लेन में से आ रही सुन लो हाँ जी मैं बेटा आऊँ कोई ना? प्रॉब्लम नहीं आओ आओ बिल्कुल भी ਤੁਸੀਂ ਕੰਪਲੇਂਟ ਦਿੱਤੀ ਹੈ ਤੇ ਦਿੱਤੀ ਹੋਈ ਇਹਨਾਂ ਦੀ ਦੂਜੀ ਪਾਰਟੀ ਬੁਲਾਈ ਹੋਈ ਹੈ ਤੁਹਾਨੂੰ ਅੱਜ ਬੁਲਾਇਆ ਇਹਨੂੰ ਪੁੱਛ ਲੈ ਜੀ ਬੁਲਾ ਲਓ ਨਿਰਦੋਸ਼ ਨੂੰ ਤੁਹਾਡਾ ਕੇਸ ਲੱਗਾ ਹੋਇਆ ਕੀ ਕਿੰਨੀ ਪ੍ਰੋਬਲਮ ਕਿੰਦੀ ਹੈ ਮੇਰੇ ਦੋਨੋਂ ਦੀ ਇਸਕੀ ਚੇਕ ਕਰੋ ਅੱਛਾ ਅੱਜ ਪਹਿਲੀ ਵਾਰੀ ਆਏ ਹੋ ਇੱਥੇ ਦੋਨੋਂ ਪਾਰਟੀਆਂ ਆਈਆਂ ਹੋਈਆਂ ਤੁਸੀਂ ਕਿਹੜਾ ਦੇ ਨਾਲ ਹੀ ਹੋ? ਤੁਸੀਂ ਮਾਤਾ ਜੀ बहू ने बैठे से लगाया किस चीज का ਪਤਾ ਨਹੀਂ ਹੱਥ ਵਿੱਚ ਖੇਲਦੀ ਆ ਗਈ ਹੈ ਘਰੋਂ ਇੱਥੇ ਆ ਕੇ ਮਾਂ ਦੇ ਕੋਲ ਪਤਾ ਨਹੀਂ ਕੀ ਲਿਖਾਤਾ ਸਭ ਤੋਂ ਦਹੇਜ ਮੰਗਦੇ 9 ਸਾਲ ਦਾ ਬੇਟਾ ਹੋ ਗਿਆ ਬੇਟਾ ਐਮਪੀ ਦੀ ਕਾਰ ਚਲਾਉਂਦਾ ਆਪਣੀ ਡਰਾਈਵਰੀ ਕਰਦਾ ਹਾਂਜੀ ਇੱਥੇ ਆ ਕੇ ਕਹਿੰਦੀ ਆ ਕਿ ਉਹਨਾਂ ਨੇ ਬਾਹਰ ਭੇਜਣਾ ਉਹ ਪਾਪਾ ਜੀ ਇਹਨਾਂ ਦੇ ਡੈਡੀ ਭਰਾ ਮੇਰੇ ਆਪਣਾ ਸਰਕਾਰੀ ਨੌਕਰੀ ਕਰਦੇ ਸੀ ਸਰਕਾਰੀ ਨੌਕਰੀ ਕਰਕੇ ਨਹੀਂ ਬੇਟੇ ਨੂੰ ਭੇਜ ਸਕੇ ਤਾਂ ਸਹੁਰਿਆਂ ਤੋਂ ਦਹੇਜ ਲੈ ਕੇ ਅਸੀਂ ਇਹ ਦਿੱਤੀ ਹੋਈ ਇੱਥੇ ਦਿੱਤੀ ਹੋਈ ਕੋਈ ਨਹੀਂ ਤੁਸੀਂ ਇਨਵੈਸਟੀਗੇਸ਼ਨ ਮੈਡਮ ਮੈਂ ਕਰਾਂਗੀ ਪੂਰੀ ਚਿੰਤਾ ਨਾ ਕਰੋ ਜੇ ਤੁਸੀਂ ਬੇਕਸੂਰ ਹੋ ਤਾਂ ਬੇਕਸੂਰ ਹੀ ਰਹੋ ਓਕੇ ਥੈਂਕ ਯੂ ਤੁਹਾਡੀ ਕੀ ਪ੍ਰੋਬਲਮ ਹੈ ਕੌਣ ਕਹਿੰਦੀ ਹੈ ਤੇਰਾ ਬੇਟਾ ਕਿੱਥੇ ਬਹੂ ਕਹਿੰਦੀ ਕੈਨੇਡਾ ਭੇਜੋ ਕਿਉਂ ਪਤਾ ਨਹੀਂ ਇਸ ਬੇਟੇ ਨੂੰ ਕੋ ਕੈਨੇਡਾ ਬੇਟਾ ਲੈ ਕੇ ਜਾਏਗਾ ਜੇ ਸਾਡੇ ਕੋਲ ਪੈਸੇ ਹੋਣਗੇ ਨਾ ਬੇਟੇ ਨੂੰ ਭੇਜਣਾ ਜੇ ਕੋਈ ਹੋਣਗੇ ਤਾਂ ਅਸੀਂ ਉਹਨੇ ਇੱਥੇ ਕੰਪਲੇਂਟ ਦਿੱਤੀ ਹੈ ਕੋਈ ਗੱਲ ਨਹੀਂ ਮੈਡਮ ਦੇਖਣਗੇ ਤੁਸੀਂ ਕਿੱਧਰ ਆਏ ਹੋ ਜੀ ਕਿਉਂ ਉਹਨੇ ਤੁਹਾਡੀ ਬੇਟੀ ਨੇ ਜੀ ਚਲੋ ਦੇਖੋ ਤੁਸੀਂ ਲੋਕ ਕਿੱਥੇ ਆਏ ਹੋਏ ਹੋ ਮੈਡਮ ਇਹ ਨੇ ਆਪਣੇ ਦੋ ਆਈਓ ਜਿਹੜਾ ਆ ਜਾਓ ਅੱਗੇ ਆਓ ਨਿਰਦੋਸ਼ ਆ ਜਾਓ ਤੁਹਾਡੀ ਬੱਚੀ ਕਿੱਥੇ ਬੱਚੇ ਛੋਟੇ ਕੀ ਕਹਿੰਦੇ ਬੱਚੀ ਨਾ ਪਾਓ ਨਾ ਡਰ ਜਾਂਦੇ। ਡਰ ਜਾਂਦੇ ਇਹ ਤੇ ਜਿਨ੍ਹਾਂ ਨੂੰ ਡਰਾਣਾ ਉਹਨਾਂ ਨੂੰ ਤੁਸੀਂ ਡਰਾਉਂਦੇ ਨਹੀਂ ਹੈ ਬੜਾ ਵਧੀਆ ਐਕਸਕਿਊਜ਼ ਦੇ ਰਹੇ ਹੋ ਨੋ ਇਹ ਕੋਈ ਐਕਸਕਿਊਜ਼ ਹੈ ਇਹ ਕੋਈ ਐਕਸਕਿਊਜ਼ ਨਹੀਂ ਹੈਗਾ ਤੁਹਾਡੀ ਜਿੱਥੇ ਡਿਊਟੀ ਹੈਗੀ ਹੈ ਵਰਦੀ ਪਾਣੀ ਬਣਦੀ ਹੈ ਤੇ ਬਣਦੀ ਹੈ ਇਹ ਐਕਸਕਿਊਜ਼ ਕੀ ਬੱਚੇ ਡਰ ਜਾਂਦੇ ਨੇ ਕੋਈ ਮੈਨੂੰ ਤੇ ਬਾਅਦ ਬੱਚਾ ਡਰ ਨਜ਼ਰ ਨਹੀਂ ਆਇਆ ਜਿਹੜਾ ਡਰੇਗਾ ਬੱਚਾ ਕੋਈ ਬੱਚੇ ਉੱਚੇ ਨਹੀਂ ਡਰਦੇ देखो बहुत सारियां आज जरा मैं हले ऑफिस नहीं गई अनलिमिटेड कंप्लेंट्स ने मैं ਤੁਹਾਡੇ ਤੇ ਕੋਈ क्वेश्चन मार्क नहीं हले आई हैव नो एनी कंप्लेंट अबाउट यू मेरे को ਤੁਹਾਡੇ खिलाफ कोई कंप्लेंट नहीं बट क्योंकि ਤੁਸੀਂ हाले 3 महीने होए ज्वाइन ਕੀਤੇ ਹੋ ਇੱਥੇ ਤੁਸੀਂ अच्छा कर रहे हो अच्छा करके आए होंगे बट ਜਿਹੜਾ ਹੁਣ ਅਸੀਂ ਕੰਸਰਨ ਹੈ ਨਾ ਜਿਹੜੀ ਵੀ ਮੇਰੇ ਕੋਲ ਕਮਿਸ਼ਨ ਇਸ ਮੁਹਾਲੀ ਦੇ के लिए तो कंप्लेंट आती है लोग ये कहते हैं कि आप नहीं जाना कोई नहीं जाना ਮੇਰੇ ਖੁਦ ਨੂੰ ਬਹੁਤ तो बड़ी मुश्किल है सानू कि बाकी सारे केस नहीं देख सकती पूरा पंजाब देख रही है इतना प्रेशर है इस टाइम सानू स्टाफ का चल रहा है सरकार को स्टाफ को भी बड़ी मुश्किल आ रही है ऐसे करके आज लोग भी मैंने इवन मीडिया मेरे पीछे पीवीसी में मीडिया में इन्फॉर्म भी किया गया नहीं मेन ऑफिसर इज एक्सेस भी हो गई लेकिन आप उन्होंने कितने दिन बाद रिपोर्ट दिखाई ਸਾਡੇ ਤੇ ਮਹੀਨੇ ਦੇ 100 ਖਾਸ ਕੋਈ ਡਿਸਪੋਜ਼ ਉਹਨਾਂ ਦੇ ਲੋਕ ਤੁਸੀਂ ਬਾਹਰ ਮੈਨੂੰ ਭੇਜੋ ਨਾ ਕਿ ਤੁਹਾਡੇ ਕੋਲ ਇੰਨੀ ਦਰਖਾਸਤ ਸਾਡੀਆਂ ਇੰਨੀਆਂ ਕੰਪਲੇਂਟਸ ਨਹੀਂ ਹੋਈਆਂ ਨੇ ਕਮਿਸ਼ਨ ਦੀ ਇਹਨਾਂ ਕੋਲ ਪੈਂਡਿੰਗ ਸਾਡੀ ਕਮਿਸ਼ਨ ਦੀ ਮੈਂ ਤੁਹਾਡੀ ਹੀ ਕੰਪਲੇਂਟ ਸੀ ਮੈਂ ਤਾਂ ਸਭ ਪੁਰਾਣੀਆਂ ਦਰਖਾਸਤਾਂ ਆ ਅਸੀਂ ਹੁਣ ਦੇਖ ਰਹੇ ਸੀਗੇ ਵੀ ਕਮਿਸ਼ਨ ਦੀ ਉਹ ਹੈ ਕਿੰਨੀ ਕੈਪੈਸਿਟੀ ਸਿਸਟਮ ਤੇ ਮੈਂ ਤਾਂ ਜਿਹੜੀਆਂ ਪੁਰਾਣੀਆਂ ਸਭ ਪੁਰਾਣੀਆਂ ਪਹਿਲਾਂ ਲੱਗ ਰਹੀਆਂ ਪੁਰਾਣੀਆਂ ਦੇ ਉੱਤੇ ਕੀ ਆਪਾਂ ਐਕਸ਼ਨ ਲਿਆ ਕਿਉਂ ਨਹੀਂ ਲਿਆ ਉਹ ਚੀਜ਼ਾਂ ਮੈਂ ਆਪਦੇ मेरे को 3 महीने पुरानी एक कंप्लेंट भेजी हुई है मोहाली हाले तक साडी कमीशन वालों आई हाले तक उनके ते कोई सुनवाई नहीं ਕਈ हुई ਵਾਰ ਪਤਾ ਕੀ ਹੁੰਦਾ ਹੈ, ਜਿਵੇਂ ਹੁਣ ਕੰਪਲੇਨੈਂਟ ਖੁਦ ਹੀ ਕਿ ਸਾਨੂੰ ਸੋਚਣ ਦਾ ਟਾਈਮ ਸਾਡੇ ਕੋਲ ਰਿਟਰਨ ਟਾਈਮ आई ਲੱਗੇਗਾ एडिट सोचन दा टाइम दो यू नो मेरे को आके शोर मचा रही है कि नादर साडी कंप्लेंट दा की होया पूरे पंजाब दी कंप्लेंटां दा सॉल्यूशन वन टाइम विच मेरे को भी नहीं हैगा ते मैं डिस्ट्रिक्ट इस भेजे जा रही हूं लोग उससे सिस्टम तो थके हुए ने कि उत्थे से थक के बड़े को
ਤੇ ਬਾਕੀ ਲੋਕਾਂ ਦਾ ਕੁਐਸਚਨ ਠੀਕ ਹੈ ਕਿ ਸਾਡੀ ਤੇ ਸੁਣਵਾਈ ਨਹੀਂ ਹੋ ਰਹੀ, ਸਾਨੂੰ ਨਾ ਕਮਿਸ਼ਨ ਸੁਣ ਰਿਹਾ ਨਾ ਖਾਣਾ ਸੁਣ ਰਿਹਾ, ਤੇ ਕਿੱਥੇ ਸਹੀ ਅਜਾਨ ਦਾ ਮੇਨ ਇਹੋ ਕੰਸਰਨ ਸੀ ਕਿ ਜੇ ਸਾਡੀ ਇਵਨ ਮੈਂ ਕਮਿਸ਼ਨ ਦੀ ਕੰਪਲੇਂਟਸ ਦੀ ਗੱਲ ਨਹੀਂ ਕਰਦੀ, ਤੁਸੀਂ ਪ੍ਰਾਇੋਰਟੀ ਤੇ ਦੇਖਦੇ ਆ ਕੰਪਲੇਂਟਸ ਫਿਕਸ ਕਰ ਲਓ, ਆਪਣੇ ਆਈਓ ਨੂੰ ਬਿਠਾ ਲਓ, ਆਪਣੇ ਐਸਐਸਪੀ ਨੂੰ ਮਿਲ ਕੇ ਸਟਾਫ ਮੰਗ ਲਓ, ਤੁਸੀਂ ਤੁਹਾਡੇ ਕੋਲ ਸਟਾਫ ਦੀ ਪ੍ਰੋਬਲਮ ਹੈ, ਆਈ ਕੈਨ ਅੰਡਰਸਟੈਂਡ, ਤੁਸੀਂ ਸਟਾਫ ਦੀ ਮੰਗ ਤੇ ਰੱਖੋ। ਅੱਜ ਤੱਕ ਕੋਈ ਵੀ ਮੁੰਡਾ ਸਾਹਿਬ ਪੰਜਾਬ ਵਿੱਚ ਐਸਐਸਪੀ ਨੂੰ ਕਿਸੇ ਨੇ ਲਿਆ, ਮੈਂ ਹੀ ਕਹਿੰਦੀ ਰਹਿੰਦੀ ਹਾਂ ਸਟਾਫ ਦੀ ਘਾਟ ਹੈ, ਸਟਾਫ ਦੀ ਘਾਟ ਹੈ। ਅਰੇ ਇੰਚਾਰਜ ਤੇ ਕਵੇ ਇੱਥੇ ਉਹ ਇੱਕ ਵਾਰੀ ਕਹਿਣਾ ਹੀ ਨਹੀਂ ਚਾਹੁੰਦੇ ਮੁੰਡਾ ਸਾਹਿਬ ਦੇ ਇੰਚਾਰਜ ਕਿ ਸਾਨੂੰ ਸਟਾਫ ਦੀ ਹੋਈ ਸਾਨੂੰ ਪ੍ਰੋਬਲਮ ਆ ਰਹੀ ਹੈ, ਕਿਵੇਂ ਕੇਸ ਕਰੀਏ, ਤੇ ਤੁਹਾਨੂੰ ਲਿਖ ਕੇ ਦੇਣਾ ਪਏਗਾ, ਸਾਨੂੰ ਵੀ ਲਿਖੋ, ਆਪਾਂ ਸਰਕਾਰ ਨਾਲ ਗੱਲ ਕਰਾਂਗੇ ਕਿ ਸਟਾਫ ਤੋਂ ਲੋਕਾਂ ਦੀ ਪ੍ਰੋਬਲਮਸ ਦਾ ਸੋਲੂਸ਼ਨ ਕਿਵੇਂ ਹੋਏਗਾ। ਤੁਸੀਂ ਪ੍ਰਾਇੋਰਟੀ ਤੇ ਮੇਰੀ ਕਮਿਸ਼ਨ ਦੀ ਕੰਪਲੇਂਟ ਸੀ ਨਹੀਂ, ਪੰਜਾਬ ਦੀਆਂ ਵਿਚੀਆਂ ਇੱਥੇ ਸਾਡੇ ਕੋਲ ਸਾਡੇ ਏਰੀਏ ਦੀਆਂ ਜਿਹੜੀਆਂ ਲੜਕੀਆਂ ਹੋਰ ਡਿਸਟ੍ਰਿਕਟ ਕਰਕੇ ਗਈਆਂ ਹੋਈਆਂ ਨੇ, ਮੈਕਾ ਹੈ, ਸੋ ਹੈ, ਤੁਸੀਂ ਉਹਨਾਂ ਨੂੰ ਪ੍ਰਾਇੋਰਟੀ ਤੇ ਫਿਕਸ ਕਰ ਲਓ ਨੰਬਰਸ, ਹੁਣ ਇੱਕ ਦੋਨਾਂ ਨੂੰ ਇਕੱਠੇ ਬਣਾ ਕੇ ਸੁਣੋ, ਥੋੜਾ ਟਾਈਮ ਬਚੇਗਾ, ਇੱਕ ਵਾਰੀ ਕਰਕੇ ਦੇਖੋ, ਮੈਂ ਗਲਤ ਹੋ ਸਕਦੀ ਹਾਂ ਕਿ ਸਾਡਾ ਮੇਰਾ ਇਕੱਠੇ ਹੀ ਸੁਣਦੀ ਹਾਂ, ਮੇਰਾ ਸਿਸਟਮ ਉੱਤੇ ਸੈੱਟ ਹੈ, ਮੈਂ ਦੋਨੋਂ ਪਾਰਟੀਆਂ ਨੂੰ ਇਕੱਠਾ ਹੀ ਸੁਣਦੀ ਹਾਂ, ਪਰ ਠੀਕ ਹੈ ਦੋਵਾਂ ਨੂੰ ਸੁਣ ਕੇ ਫਿਰ ਆਪਾਂ ਇਨਵੈਸਟੀਗੇਸ਼ਨ ਕਰਵਾ ਕੇ ਹੀ ਡਿਸੀਜਨ ਲੈਂਦੇ ਹਾਂ। ਪਰ ਤੁਸੀਂ ਇੱਕ ਵਾਰੀ ਇਹ ਕੋਸ਼ਿਸ਼ ਕਰੋ, ਉਹਦੇ ਨਾਲ ਤੁਹਾਡਾ ਟਾਈਮ ਸੇਵ ਹੋਏਗਾ, ਇੱਕ ਵਾਰੀ ਕਰਕੇ ਦੇਖੋ। ਮੈਮ ਅਸੀਂ ਦੋਵਾਂ ਨੂੰ ਇਕੱਠੇ ਨੂੰ ਬਿਠਾ ਕੇ, ਕਈ ਵਾਰ ਹੁੰਦਾ ਹੈ ਕਿ ਇਹਨਾਂ ਦੇ ਵਿੱਚ ਆਪਸ 'ਚ ਨਾ ਕੋਈ ਇਦਾਂ ਦੀ ਗੱਲ ਹੋ ਜਾਂਦੀ ਹੈ ਵੀ ਘਰ ਵਸਦਾ ਵੀ ਕੋਈ ਲੜਾਈ ਝਗੜਾ ਕੋਈ ਇਦਾਂ ਦੀ ਗੱਲ ਕਹੀ ਜਾਂਦੀ ਹੈ, ਫਿਰ ਅਸੀਂ ਮਤਲਬ ਪਹਿਲੀ ਨੂੰ ਸੁਣ ਲਈਦਾ, ਦੂਜੀ ਨੂੰ ਸੁਣ ਲਈਦਾ, ਉਹਨੂੰ ਮਤਲਬ ਸਮਝਾ ਦਈਦਾ ਵੀ ਤੁਹਾਡਾ ਖਾਓ ਕਿਸੇ ਇੱਕ ਦੇ ਕੇਸ ਹੋ ਸਕਦਾ, ਪਰ ਤੁਸੀਂ ਟਰਾਈ ਕਰੋ ਕਿ ਇਕੱਠੇ ਸੁਣੋ ਇੱਕ ਵਾਰੀ। ਉਹਨੇ ਵਰਦੀ ਦਾ ਖਾਸ ਧਿਆਨ ਰੱਖੋ, ਇੱਕ ਖੋਫ ਹੈ ਪੁਲਿਸ ਦਾ, ਸਾਡੀ ਪੰਜਾਬ ਪੁਲਿਸ ਦਾ ਇੱਕ ਖੋਫ ਹੈ, ਜੇ ਸਿਵਿਲੀਅਨ ਦੇ ਚਾਹੋਗੇ ਕੀ ਫਰਕ ਰਹਿ ਜਾਏਗਾ, ਲੋਕਾਂ 'ਚ ਇੱਕ ਡਰ, ਜਿਹੜੇ ਵਿਚਾਰੇ ਇਨਸਾਫ ਲਈ ਆਉਂਦੇ ਨੇ ਤੇ ਇਹ ਐਕਸਕਿਊਜ਼ ਦੇਣਾ ਕਿ ਬੱਚੇ ਲੜ ਸਕਦੇ, ਅਰੇ ਬੱਚੇ ਦੀ ਅੱਜ ਕੱਲ੍ਹ ਫਿਲਮਾਂ 'ਚ ਦੇਖ ਕੇ ਤੇ ਬੱਚੇ ਦੇ ਕੀ ਕੁਝ ਕਰਦੇ ਨੇ, ਬੱਚੇ ਥੋੜਾ ਕਰਦੇ ਨੇ, ਐਕਸਕਿਊਜ਼ ਹੈ ਗਲਤ ਹੈ ਇਹਨਾਂ ਦਾ ਕਿ ਬੱਚੇ ਡਰਦੇ ਨੇ। ਜਿਹੜਾ ਪੋਕਸੋ ਹੈ ਇਹਦੇ ਵਿੱਚ ਨਾ ਕੁਝ ਬੱਚਿਆਂ ਨੂੰ ਇੱਦਾਂ ਰੱਖਿਆ ਹੋਇਆ ਵੀ ਜੇ ਇਨ ਕੇਸ ਐਮਰਜੈਂਸੀ ਪੈ ਜਾਂਦੀ ਉਹਨਾਂ ਨੂੰ ਚਾਈਲਡ ਆਈਓ ਨੇ ਕੇਸ ਹੀਅਰਿੰਗ ਵੀ ਕਰਦੇ ਨੇ, ਸੁਣਦੇ ਨੇ, ਤੇ ਵਰਦੀ ਦਾ ਆਪਣਾ ਇੱਕ ਪਤਾ ਹੋਣਾ ਚਾਹੀਦਾ ਹੈ, ਡਿਊਰਿੰਗ ਟ੍ਰੇਨਿੰਗ ਹੀ ਉਹਨੇ ਆਪਣੀ ਜਿਹੜੀ ਡਿਗਨਿਟੀ ਇੱਕ ਰਿਸਪੈਕਟ ਮੇਨਟੇਨ ਕਰਨੀ ਹੈ, ਤੁਹਾਡੀ ਆਪਣੀ ਗ੍ਰੇਸ ਵਰਦੀ ਨਹੀਂ ਕਰਨੀ, ਠੀਕ ਹੈ ਨਾ।